ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਹਰਿਮੰਦਰ ਸਾਹਿਬ ਇਹ ਨਾਮ ਸੁਣਦੇ ਹੀ ਹਰ ਇੱਕ ਸ਼ਰਧਾਵਾਨ ਵਿਅਕਤੀ ਦੇ ਮਨ ਵਿੱਚ ਸ਼ਰਧਾ ਦੀ ਲੋ ਜਗ ਜਾਂਦੀ ਹੈ। ਸਰੋਵਰ ਦੇ ਜਲ ਵਿੱਚੋਂ ਝਲਕਦੀ ਹੋਈ ਹਰਿਮੰਦਰ ਸਾਹਿਬ ਦੀ ਕਾਇਆ ਪਾਣੀ ਅਤੇ ਬਾਣੀ ਦਾ ਸੁਮੇਲ ਦਰਸਾਉਂਦੀ ਹੈ। ਗੁਰੂ ਰਾਮਦਾਸ ਜੀ ਦੇ ਦਰ ਦੀ ਵਡਿਆਈ ਇਸ ਸਮੇਂ ਪੂਰਾ ਸੰਸਾਰ ਕਰਦਾ ਹੈ। ਜੋ ਵੀ ਇੱਕ ਵਾਰ ਸ਼ਰਧਾ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰ ਲੈਂਦਾ ਹੈ, ਉਸ ਦੇ ਮਨ ਵਿੱਚੋਂ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼ ਕਦੇ ਵੀ ਨਹੀਂ ਨਿਕਲਦਾ ਅਤੇ ਦਿਲ ਵਿੱਚੋਂ ਸਤਿਕਾਰ ਪੈਦਾ ਹੁੰਦਾ ਹੈ। ਸਤਿਕਾਰ ਸ਼ਬਦ ਵੀ ਬਹੁਤ ਉੱਚਾ ਹੈ। ਕੋਈ ਵੀ ਕਿਸੇ ਤੋਂ ਜ਼ਬਰਦਸਤੀ ਸਤਿਕਾਰ ਨਹੀਂ ਕਰਵਾ ਸਕਦਾ। ਸਤਿਕਾਰ ਤਾਂ ਹਮੇਸ਼ਾ ਦਿਲ ਤੋਂ ਹੀ ਕੀਤਾ ਜਾਂਦਾ ਹੈ। ਇਸੇ ਸਤਿਕਾਰ ਭਾਵ ਨੂੰ ਦਰਸਾਉਂਦੀ ਅੱਜ ਦੀ ਇਹ ਘਟਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਘਟਨਾ ਗੁਰੂ ਰਾਮਦਾਸ ਜੀ ਦੇ ਪ੍ਰਤੀ ਪ੍ਰੇਮ ਭਾਵ ਦੀ ਹੈ। ਇਹ ਘਟਨਾ ਸਨ 1975 ਦੀ ਕਪੂਰਥਲਾ ਸ਼ਹਿਰ ਦੀ ਹੈ। ਕਪੂਰਥਲੇ ਸ਼ਹਿਰ ਦੀ ਇੱਕ ਫੈਕਟਰੀ ਦੇ ਵਿੱਚ ਦਾਨਾ ਸਿੰਘ ਨਾਮ ਦਾ ਇੱਕ ਗੁਰਸਿੱਖ ਡਰਾਈਵਰ ਕੰਮ ਕਰਦਾ ਸੀ। ਉਸਨੇ ਹੀ ਇਸ ਘਟਨਾ ਬਾਰੇ ਸਭ ਨੂੰ ਜਾਣੂ ਕਰਵਾਇਆ ਸੀ। ਘਟਨਾ ਕੁਝ ਇਸ ਪ੍ਰਕਾਰ ਹੈ ਕਿ ਉਸ ਫੈਕਟਰੀ ਦੀਆਂ ਮਸ਼ੀਨਾਂ ਵਿੱਚ ਖਰਾਬੀ ਆ ਗਈ ਸੀ ਤੇ ਮਸ਼ੀਨਾਂ ਜਰਮਨ ਮੇਡ ਹੋਣ ਕਾਰਨ ਉਹਨਾਂ ਨੂੰ ਠੀਕ ਕਰਵਾਉਣ ਲਈ ਜਰਮਨ ਤੋਂ ਹੀ ਇੰਜੀਨੀਅਰ ਮੰਗਵਾਉਣਾ ਪਿਆ ਸੀ। ਦਾਨਾ ਸਿੰਘ ਜੀ ਨੇ ਦੱਸਿਆ ਕਿ ਉਸ ਇੰਜੀਨੀਅਰ ਨੂੰ ਮਸ਼ੀਨਾਂ ਠੀਕ ਕਰਨ ਲਈ 3 ਤੋਂ 4 ਦਿਨ ਲੱਗੇ। ਦਾਨਾ ਸਿੰਘ ਨੂੰ ਇਹ ਸਭ ਇਸ ਲਈ ਪਤਾ ਸੀ ਕਿਉਂਕਿ ਦਾਨਾ ਸਿੰਘ ਦੀ ਡਿਊਟੀ ਵੀ ਉਸ ਇੰਜੀਨੀਅਰ ਨਾਲ ਲਗਾ ਦਿੱਤੀ ਗਈ ਸੀ, ਕਿਉਂਕਿ ਦਾਨਾ ਸਿੰਘ ਜੀ ਨੂੰ ਵੀ ਅੰਗਰੇਜ਼ੀ ਭਾਸ਼ਾ ਦੀ ਥੋੜੀ ਬਹੁਤ ਸਮਝ ਸੀ। ਕੰਮ ਖਤਮ ਹੋਣ ਤੋਂ ਬਾਅਦ ਇੰਜੀਨੀਅਰ ਨੇ ਕਿਹਾ ਕਿ ਉਹ ਅਜੇ ਕੁਝ ਦਿਨ ਇੰਡੀਆ ਵਿੱਚ ਹੋਰ ਰੁਕੇਗਾ। ਕੀ ਇੱਥੇ ਨੇੜੇ ਕੋਈ ਦੇਖਣ ਯੋਗ ਜਗ੍ਹਾ ਹੈ? ਜਦੋਂ ਕੋਈ ਵੀ ਕਿਸੇ ਗੁਰਸਿੱਖ ਨੂੰ ਇਸ ਤਰ੍ਹਾਂ ਪੁੱਛਦਾ ਹੈ ਤਾਂ ਸਭ ਤੋਂ ਪਹਿਲਾਂ ਨਾਮ ਜ਼ੁਬਾਨ ਉੱਤੇ ਗੁਰੂ ਰਾਮਦਾਸ ਜੀ ਦੇ ਦਰ ਦਾ ਹੀ ਆਉਂਦਾ ਹੈ। ਦਾਨਾ ਸਿੰਘ ਜੀ ਨੇ ਕਿਹਾ ਕਿ ਸਰ, ਇੱਥੇ ਦਰਬਾਰ ਸਾਹਿਬ ਦੇਖਣ ਯੋਗ ਜਗ੍ਹਾ ਹੈ। ਤੁਸੀਂ ਜ਼ਰੂਰ ਹੀ ਗੋਲਡਨ ਟੈਂਪਲ ਦਾ ਨਾਮ ਪਹਿਲਾਂ ਸੁਣਿਆ ਹੋਵੇਗਾ। ਅੱਗੋਂ ਇੰਜੀਨੀਅਰ ਨੇ ਕਿਹਾ ਕਿ ਮੈਂ ਬਹੁਤ ਵਾਰ ਗੋਲਡਨ ਟੈਂਪਲ ਦਾ ਨਾਮ ਸੁਣਿਆ ਹੈ। ਮਨ ਵਿੱਚ ਇੱਛਾ ਵੀ ਸੀ ਕਿ ਇੱਕ ਵਾਰ ਇਸ ਨੂੰ ਜ਼ਰੂਰ ਦੇਖਾਂਗਾ। ਉਸ ਤੋਂ ਬਾਅਦ ਇੰਜੀਨੀਅਰ ਨੇ ਆਪਣਾ ਸਮਾਨ ਪੈਕ ਕੀਤਾ ਅਤੇ ਇੱਕ ਜੀਪ ਰਾਹੀਂ ਉਹ ਦਰਬਾਰ ਸਾਹਿਬ ਪਹੁੰਚ ਗਏ। ਜਦੋਂ ਉਹ ਦਰਬਾਰ ਸਾਹਿਬ ਪਹੁੰਚੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜੋੜੇ ਉਤਾਰਨ ਲਈ ਕਿਹਾ ਗਿਆ। ਇੰਜੀਨੀਅਰ ਨੇ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਕਰਨਾ ਹੈ ਤਾਂ ਦਾਨਾ ਸਿੰਘ ਜੀ ਨੇ ਕਿਹਾ ਕਿ ਸਾਡੇ ਧਰਮ ਦੀ ਮਰਿਆਦਾ ਹੈ, ਇਸ ਨੂੰ ਫੋਲੋ ਕਰਨਾ ਹੀ ਪਵੇਗਾ। ਉਸਨੇ ਗੱਲ ਮੰਨ ਲਈ ਅਤੇ ਜੋੜੇ ਉਤਾਰ ਦਿੱਤੇ। ਜਦੋਂ ਉਸ ਨੂੰ ਸਿਰ ਢਕਣ ਲਈ ਕਿਹਾ ਗਿਆ ਤਾਂ ਉਸਨੇ ਫਿਰ ਸਵਾਲ ਕੀਤਾ ਕਿ ਸਿਰ ਕਿਉਂ ਢਕਣਾ ਹੈ ਤਾਂ ਦਾਨਾ ਸਿੰਘ ਜੀ ਨੇ ਉਹਨਾਂ ਨੂੰ ਸਮਝਾਉਂਦਿਆਂ ਕਿਹਾ ਕਿ ਵੱਡਿਆਂ ਵਡੇਰਿਆਂ ਦੇ ਅੱਗੇ ਜਾਣ ਤੋਂ ਪਹਿਲਾਂ ਸਿਰ ਢਕਣਾ ਜ਼ਰੂਰੀ ਹੁੰਦਾ ਹੈ। ਅਜਿਹਾ ਉਹਨਾਂ ਦੇ ਸਤਿਕਾਰ ਵਜੋਂ ਕੀਤਾ ਜਾਂਦਾ ਹੈ। ਸੋ ਉਸ ਇੰਜੀਨੀਅਰ ਨੇ ਵੀ ਸਤਿਕਾਰ ਵਜੋਂ ਸਿਰ ਢਕ ਲਿਆ। ਇਸੇ ਤਰ੍ਹਾਂ ਚਰਨ ਗੰਗਾ ਤੋਂ ਵੀ ਜਦੋਂ ਉਹ ਇੰਜੀਨੀਅਰ ਟੱਪ ਕੇ ਅੱਗੇ ਲੰਘਣ ਲੱਗਾ ਤਾਂ ਸੇਵਾਦਾਰਾਂ ਨੇ ਉਸ ਨੂੰ ਰੋਕ ਲਿਆ ਅਤੇ ਪੈਰ ਧੋਣ ਵਾਸਤੇ ਕਿਹਾ ਤਾਂ ਦਾਨਾ ਸਿੰਘ ਜੀ ਨੇ ਫਿਰ ਤੋਂ ਸਮਝਾਇਆ ਕਿ ਅੰਦਰ ਜਾਣ ਤੋਂ ਪਹਿਲਾਂ ਪੈਰ ਸਾਫ਼ ਸੁਥਰੇ ਹੋਣੇ ਚਾਹੀਦੇ ਹਨ। ਇਹ ਵੀ ਇੱਕ ਮਰਿਆਦਾ ਹੈ ਜੋ ਸਤਿਕਾਰ ਵਜੋਂ ਨਿਭਾਈ ਜਾਂਦੀ ਹੈ। ਜੋ ਉਸ ਨੂੰ ਕਹਿੰਦੇ ਗਏ ਉਹ ਮੰਨਦਾ ਗਿਆ, ਕਿਉਂਕਿ ਉਹ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸੀ। ਜਦੋਂ ਉਹ ਪੌੜੀਆਂ ਉਤਰ ਕੇ ਅੰਦਰ ਦਾਖਲ ਹੋਏ ਤਾਂ ਉਸ ਦੇ ਮੂੰਹੋਂ ਆਪਣੇ ਆਪ ਹੀ ਨਿਕਲ ਗਿਆ, ਓ ਮਾਈ ਗॉड, ਸੋ ਬਿਊਟੀਫੁਲ। ਜਾਣ ਕੇ ਹੇ ਪਰਮਾਤਮਾ, ਇੰਨਾ ਸੋਹਣਾ, ਇੰਨਾ ਸਾਫ਼ ਅਤੇ ਸਵੱਛ। ਉਸਨੇ ਹੈਰਾਨ ਹੋ ਕੇ ਦਾਨਾ ਸਿੰਘ ਜੀ ਨੂੰ ਪੁੱਛਿਆ ਕਿ ਇੱਥੇ ਇੰਨੀ ਸਫਾਈ ਕਿਵੇਂ ਹੈ ਤਾਂ ਦਾਨਾ ਸਿੰਘ ਜੀ ਨੇ ਕਿਹਾ ਕਿ ਸਵੇਰ ਵੇਲੇ ਇੱਥੇ ਗॉड ਦੇ ਸੇਵਕ ਆਉਂਦੇ ਹਨ ਅਤੇ ਇਸ ਨੂੰ ਸਾਫ਼ ਕਰਦੇ ਹਨ। ਇਸ ਗੱਲ ਤੇ ਇੰਜੀਨੀਅਰ ਨੇ ਹੈਰਾਨ ਹੋ ਕੇ ਪੁੱਛਿਆ ਕਿ ਕੀ ਇਹ ਸੱਚ ਹੈ? ਸੱਚਮੁੱਚ ਗॉड ਦੇ ਸੇਵਕ ਇੱਥੇ ਆਉਂਦੇ ਹਨ ਤਾਂ ਦਾਨਾ ਸਿੰਘ ਜੀ ਨੇ ਕਿਹਾ ਹਾਂ, ਇਹ ਸੱਚ ਹੈ। ਉਸ ਤੋਂ ਬਾਅਦ ਉਹਨਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਪਰਿਕਰਮਾ ਕਰਕੇ ਦੇਗ ਪ੍ਰਸ਼ਾਦ ਲਿਆ। ਇੰਜੀਨੀਅਰ ਨੇ ਵੀ ਦੇਗ ਦੀ ਸੇਵਾ ਕਰਵਾਈ। ਜਦੋਂ ਦਰਸ਼ਨੀ ਡੋਡੀ ਵਿੱਚ ਖੜ ਕੇ ਇੰਜੀਨੀਅਰ ਨੇ ਹਰਿਮੰਦਰ ਸਾਹਿਬ ਵੱਲ ਦੇਖਿਆ ਤਾਂ ਆਪਣੇ ਆਪ ਹੀ ਬੋਲਣ ਲੱਗਾ, ਮਾਈ ਗॉड, ਮਾਈ ਜੀਸਸ। ਦਾਨਾ ਸਿੰਘ ਜੀ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਆਪਣੇ ਜੀਸਸ ਦੇ ਦਰਸ਼ਨ ਹੋਏ ਹੋਣਗੇ ਅਤੇ ਉਸਨੇ ਵਿਸਮਾਦ ਵਿੱਚ ਆ ਕੇ ਹੀ ਇਹ ਸ਼ਬਦ ਕਹੇ ਹੋਣਗੇ। ਉਸ ਤੋਂ ਬਾਅਦ ਉਹ ਦੋਨੋਂ ਅੰਦਰ ਗਏ, ਮੱਥਾ ਟੇਕਿਆ ਅਤੇ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ ਕੀਰਤਨ ਸਰਵਣ ਕੀਤਾ। ਕੀਰਤਨ ਸੁਣਦੇ ਸੁਣਦੇ ਕਦੋਂ 2 ਘੰਟੇ ਤੋਂ ਉੱਪਰ ਦਾ ਸਮਾਂ ਲੰਘ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਪਰ ਦਾਨਾ ਸਿੰਘ ਜੀ ਨੂੰ ਬੜਾ ਫੀਲ ਹੋਇਆ ਕਿ ਮੈਨੂੰ ਤਾਂ ਕੀਰਤਨ ਦੀ ਸਮਝ ਲੱਗਦੀ ਹੈ, ਇਸ ਲਈ ਮੈਂ ਤਾਂ 2 ਘੰਟੇ ਆਨੰਦ ਮਾਣਿਆ, ਤਾਂ ਕਰਕੇ ਮੈਨੂੰ 2 ਘੰਟੇ ਦਾ ਪਤਾ ਨਹੀਂ ਲੱਗਾ ਕਿ ਕਦੋਂ ਸਮਾਂ ਨਿਕਲ ਗਿਆ। ਪਰ ਇਸ ਜਰਮਨ ਇੰਜੀਨੀਅਰ ਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਹੋਵੇਗਾ। ਉਹ ਤਾਂ ਇਹੀ ਸੋਚ ਰਿਹਾ ਹੋਵੇਗਾ ਕਿ ਉਸ ਨੂੰ ਮਜਬੂਰੀ ਵਿੱਚ ਉਸ ਦੇ ਨਾਲ ਹੀ ਉੱਥੇ ਬੈਠਣਾ ਪੈ ਗਿਆ। ਉਸ ਤੋਂ ਬਾਅਦ ਬਾਹਰ ਆ ਕੇ ਦਾਨਾ ਸਿੰਘ ਜੀ ਨੇ ਇੰਜੀਨੀਅਰ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਮੁਆਫ ਕਰਨਾ, ਤੁਹਾਨੂੰ ਮੇਰੇ ਕਰਕੇ ਉੱਥੇ ਇੰਨਾ ਸਮਾਂ ਬੈਠਣਾ ਪੈ ਗਿਆ। ਪਰ ਇੰਜੀਨੀਅਰ ਨੇ ਅੱਗੋਂ ਦਾਨਾ ਸਿੰਘ ਜੀ ਨੂੰ ਸਵਾਲ ਕੀਤਾ ਕਿ ਜੋ ਉੱਥੇ ਗਾਇਆ ਜਾ ਰਿਹਾ ਸੀ, ਕੀ ਤੈਨੂੰ ਉਸ ਦੀ ਸਮਝ ਆ ਰਹੀ ਸੀ? ਤਾਂ ਦਾਨਾ ਸਿੰਘ ਜੀ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਹਾਂ, ਮੈਂ ਗੁਰਸਿੱਖ ਹਾਂ ਅਤੇ
ਗੁਰਬਾਣੀ ਗੁਰਮੁਖੀ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਮੈਂ ਉੱਥੇ ਗਾਏ ਜਾ ਰਹੇ ਸ਼ਬਦ ਕੀਰਤਨ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਅਤੇ ਆਨੰਦ ਮਾਣ ਰਿਹਾ ਸੀ। ਅੱਗੋਂ ਇੰਜੀਨੀਅਰ ਨੇ ਬੜੇ ਹੈਰਾਨ ਹੁੰਦੇ ਹੋਏ ਕਿਹਾ ਕਿ ਉੱਥੇ ਗੁਰਮੁਖੀ ਵਿੱਚ ਨਹੀਂ ਜਰਮਨ ਭਾਸ਼ਾ ਵਿੱਚ ਗਾਇਆ ਜਾ ਰਿਹਾ ਸੀ। ਇਸੇ ਲਈ ਤਾਂ ਮੈਂ ਵੀ ਉੱਥੇ 2 ਘੰਟੇ ਤੋਂ ਵੱਧ ਸਮਾਂ ਬਤੀਤ ਕੀਤਾ ਅਤੇ ਆਨੰਦ ਮਾਣਿਆ। ਮੈਨੂੰ ਸਭ ਕੁਝ ਸਮਝ ਆ ਰਿਹਾ ਸੀ, ਇਸੇ ਕਰਕੇ ਮੈਂ 2 ਘੰਟੇ ਉੱਥੇ ਬੈਠਾ ਰਿਹਾ ਅਤੇ ਕੀਰਤਨ ਸੁਣਦਾ ਰਿਹਾ। ਪਰ ਦਾਨਾ ਸਿੰਘ ਜੀ ਇੱਕ ਵਾਰ ਫਿਰ ਤੋਂ ਹੈਰਾਨ ਹੋ ਗਏ। ਉਹਨਾਂ ਨੇ ਕਿਹਾ ਕਿ ਨਹੀਂ ਇੰਜੀਨੀਅਰ ਸਾਹਿਬ, ਇੱਥੇ ਤਾਂ ਰੋਜ਼ ਗੁਰਮੁਖੀ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਅਤੇ ਗੁਰਮੁਖੀ ਵਿੱਚ ਹੀ ਕੀਰਤਨ ਕੀਤਾ ਜਾਂਦਾ ਹੈ। ਤੁਸੀਂ ਇਦਾਂ ਕਿਉਂ ਕਹਿ ਰਹੇ ਹੋ, ਜਾਂ ਫਿਰ ਤੁਸੀਂ ਕੋਈ ਮਜ਼ਾਕ ਕਰ ਰਹੇ ਹੋ? ਪਰ ਉਸ ਜਰਮਨ ਇੰਜੀਨੀਅਰ ਨੇ ਪੂਰਾ ਸੀਰੀਅਸ ਹੁੰਦੇ ਹੋਏ ਕਿਹਾ ਕਿ ਦਾਨਾ ਸਿੰਘ ਜੀ, ਮੈਨੂੰ ਉੱਥੇ ਬੈਠੇ ਹੋਏ ਇੱਕ ਸ਼ਬਦ ਸਮਝ ਆ ਰਿਹਾ ਸੀ ਅਤੇ ਮੈਂ ਇਸੇ ਕਰਕੇ 2 ਘੰਟੇ ਕੀਰਤਨ ਦਾ ਪੂਰੀ ਤਰ੍ਹਾਂ ਆਨੰਦ ਮਾਣਿਆ, ਕਿਉਂਕਿ ਮੈਂ ਉਸ ਨੂੰ ਸਮਝ ਪਾ ਰਿਹਾ ਸੀ। ਇਹ ਸੁਣ ਕੇ ਦਾਨਾ ਸਿੰਘ ਜੀ ਸੋਚਾਂ ਵਿੱਚ ਪੈ ਗਏ ਅਤੇ ਸੋਚਣ ਲੱਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਪਰ ਕੁਝ ਸੋਚਣ ਤੋਂ ਬਾਅਦ ਉਹਨਾਂ ਨੂੰ ਅਸਲ ਗੱਲ ਸਮਝ ਆ ਗਈ ਕਿ ਇਹ ਗੁਰੂ ਰਾਮਦਾਸ ਜੀ ਦੀ ਹੀ ਕੋਈ ਕਿਰਪਾ ਹੈ। ਗੁਰੂ ਦੀ ਰਮਜ਼ ਸਮਝਣ ਤੋਂ ਬਾਅਦ ਦਾਨਾ ਸਿੰਘ ਜੀ ਨੇ ਇੰਜੀਨੀਅਰ ਨਾਲ ਬਹਿਸ ਨਹੀਂ ਕੀਤੀ ਅਤੇ ਲੰਗਰ ਛਕਣ ਲਈ ਅੱਗੇ ਚਲੇ ਗਏ। ਲੰਗਰ ਛਕਣ ਤੋਂ ਬਾਅਦ ਇੰਜੀਨੀਅਰ ਨੇ ਪੁੱਛਿਆ ਕਿ ਇਸ ਫੂਡ ਦੇ ਪੈਸੇ ਕਿੱਥੇ ਪੇ ਕਰਨੇ ਹਨ, ਤਾਂ ਦਾਨਾ ਸਿੰਘ ਜੀ ਨੇ ਕਿਹਾ ਕਿ ਇਹ ਸਭ ਫ੍ਰੀ ਹੈ। ਫ੍ਰੀ ਦਾ ਨਾਮ ਸੁਣ ਕੇ ਇੰਜੀਨੀਅਰ ਇੱਕ ਵਾਰ ਫਿਰ ਤੋਂ ਬਹੁਤ ਹੈਰਾਨ ਹੋਇਆ ਅਤੇ ਕਿਹਾ ਕਿ ਕੀ ਇੰਨੇ ਸਾਰੇ ਲੋਕ ਸਾਰੇ ਫ੍ਰੀ ਵਿੱਚ ਖਾਣਾ ਖਾਂਦੇ ਹਨ? ਤਾਂ ਦਾਨਾ ਸਿੰਘ ਜੀ ਨੇ ਕਿਹਾ, ਹਾਂਜੀ, ਇੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਫ੍ਰੀ ਵਿੱਚ ਖਾਣਾ ਖਾਂਦੇ ਹਨ ਅਤੇ ਇਹ ਮਰਿਆਦਾ ਵਰਿਆਂ ਤੋਂ ਚੱਲੀ ਆ ਰਹੀ ਹੈ ਅਤੇ ਅੱਗੇ ਵੀ ਇਦਾਂ ਹੀ ਚੱਲਦੀ ਰਹੇਗੀ। ਹੁਣ ਉਸ ਇੰਜੀਨੀਅਰ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਸੀ। ਉਹ ਹੋਰ ਜਾਣਨ ਵਾਸਤੇ ਉਤਸੁਕ ਹੋ ਰਿਹਾ ਸੀ। ਇਸ ਕਰਕੇ ਸਮਾਪਤੀ ਤੱਕ ਉਹ ਦਰਬਾਰ ਸਾਹਿਬ ਹੀ ਰਿਹਾ। ਸਮਾਪਤੀ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਵਿੱਚ ਅਕਾਲ ਤਖਤ ਵੱਲ ਲੈ ਕੇ ਜਾਣ ਲੱਗੀ ਤਾਂ ਉਸਨੇ ਦਾਨਾ ਸਿੰਘ ਜੀ ਨੂੰ ਫੇਰ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ? ਤਾਂ ਦਾਨਾ ਸਿੰਘ ਜੀ ਨੇ ਕਿਹਾ ਕਿ ਗੌਡ ਆਪਣੇ ਵਿਸ਼ਰਾਮ ਸਥਾਨ ਤੇ ਜਾ ਰਹੇ ਹਨ। ਇਹ ਸੁਣ ਕੇ ਉਸ ਇੰਜੀਨੀਅਰ ਨੇ ਵੀ ਜਾ ਕੇ ਪਾਲਕੀ ਸਾਹਿਬ ਨੂੰ ਮੋਢਾ ਲਗਾ ਲਿਆ ਅਤੇ ਅਕਾਲ ਤਖਤ ਸਾਹਿਬ ਤੱਕ ਨਾਲ ਹੀ ਗਿਆ। ਉਸ ਤੋਂ ਬਾਅਦ ਉਸ ਇੰਜੀਨੀਅਰ ਨੇ ਦਾਨਾ ਸਿੰਘ ਜੀ ਨੂੰ ਪੁੱਛਿਆ ਕਿ ਦਾਨਾ ਸਿੰਘ ਜੀ, ਆਪਾਂ ਰਾਤ ਕਿੱਥੇ ਬਤੀਤ ਕਰਨੀ ਹੈ ਅਤੇ ਸੌਣਾ ਕਿੱਥੇ ਹੈ, ਕਿਉਂਕਿ ਉਸਨੇ ਸਵੇਰੇ ਗੌਡ ਦੇ ਸੇਵਾਦਾਰਾਂ ਨੂੰ ਦੇਖਣਾ ਹੈ ਜੋ ਰੋਜ਼ ਸਫਾਈ ਕਰਨ ਆਉਂਦੇ ਹਨ। ਤਾਂ ਦਾਨਾ ਸਿੰਘ ਜੀ ਨੇ ਕਿਹਾ ਕਿ ਆਪਾਂ ਅੱਜ ਇੱਥੇ ਪ੍ਰਕਰਮਾਂ ਵਿੱਚ ਹੀ ਸੌਵਾਂਗੇ ਤਾਂ ਕਿ ਸਵੇਰੇ ਅੰਮ੍ਰਿਤ ਵੇਲੇ ਉਹ ਸੇਵਾਦਾਰਾਂ ਦੇ ਦਰਸ਼ਨ ਕਰ ਸਕੇ। ਜਦੋਂ ਅੰਮ੍ਰਿਤ ਵੇਲੇ ਸੇਵਾਦਾਰ ਬਾਲਟੀਆਂ ਲੈ ਕੇ ਆਏ ਤਾਂ ਦਾਨਾ ਸਿੰਘ ਜੀ ਨੇ ਉਸ ਇੰਜੀਨੀਅਰ ਨੂੰ ਉਠਾਇਆ। ਇੰਜੀਨੀਅਰ ਉਸੇ ਵੇਲੇ ਉੱਠ ਕੇ ਆਪਣੀ ਕਮੀਜ਼ ਨਾਲ ਹੀ ਪ੍ਰਕਰਮਾਂ ਦੀ ਸਫਾਈ ਕਰਨ ਲੱਗ ਗਿਆ। ਉਸ ਤੋਂ ਬਾਅਦ ਇਸ਼ਨਾਨ ਕਰਕੇ ਤਿਆਰ ਹੋ ਕੇ ਅਕਾਲ ਤਖਤ ਦੇ ਬਾਹਰ ਖੜੇ ਹੋ ਗਏ ਅਤੇ ਉਹ ਇੰਜੀਨੀਅਰ ਵੀ ਪਾਲਕੀ ਸਾਹਿਬ ਨੂੰ ਮੋਢਾ ਲਗਾ ਕੇ ਦਰਬਾਰ ਸਾਹਿਬ ਤੱਕ ਲੈ ਗਿਆ। ਦਰਬਾਰ ਸਾਹਿਬ ਪਹੁੰਚ ਕੇ ਉਹ ਕੀਰਤਨ ਬਾਣੀ ਸੁਣਦਾ ਰਿਹਾ। ਉਸ ਦੇ ਹਿਸਾਬ ਨਾਲ ਬਾਣੀ ਜਰਮਨ ਭਾਸ਼ਾ ਵਿੱਚ ਹੀ ਚੱਲ ਰਹੀ ਸੀ, ਜੋ ਕਿ ਗੁਰੂ ਰਾਮਦਾਸ ਜੀ ਦੀ ਹੀ ਇੱਕ ਲੀਲਾ ਸੀ। ਉਸ ਦੇ ਅੰਦਰ ਗੁਰਬਾਣੀ ਦੀ ਐਸੀ ਚੇਟਕ ਲੱਗੀ ਕਿ ਉਹ ਸ਼ਾਮ ਨੂੰ ਕੀਰਤਨ ਸੋਹਿਲਾ ਤੱਕ ਉੱਥੇ ਹੀ ਬੈਠਾ ਰਿਹਾ। 2 ਦਿਨ ਉੱਥੇ ਰੁਕਣ ਤੋਂ ਬਾਅਦ ਉਸਨੇ ਦਾਨਾ ਸਿੰਘ ਜੀ ਨੂੰ ਕਿਹਾ ਕਿ ਮੈਨੂੰ ਇਹ ਕਕਾਰ ਲੈ ਕੇ ਦਿਓ, ਕਿਉਂਕਿ ਮੈਂ ਇਸ ਨੂੰ ਜਰਮਨੀ ਲੈ ਕੇ ਜਾਣਾ ਹੈ। ਉਸਨੇ ਕਕਾਰ ਲਈ ਅਤੇ ਉੱਥੋਂ ਚਲੇ ਗਏ। ਕੁਝ ਸਮੇਂ ਬਾਅਦ ਦਾਨਾ ਸਿੰਘ ਨੇ ਉਹ ਨੌਕਰੀ ਛੱਡ ਦਿੱਤੀ। 4 ਸਾਲ ਬਾਅਦ ਜਦੋਂ ਫਿਰ ਤੋਂ ਕਪੂਰਥਲਾ ਵਿਖੇ ਫੈਕਟਰੀ ਵਿੱਚ ਉਸ ਨੂੰ ਕਿਸੇ ਕੰਮ ਬੁਲਾਇਆ ਗਿਆ ਤਾਂ ਉਸ ਇੰਜੀਨੀਅਰ ਨੇ ਕੰਮ ਖਤਮ ਕਰਨ ਤੋਂ ਬਾਅਦ ਦਾਨਾ ਸਿੰਘ ਜੀ ਬਾਰੇ ਪੁੱਛਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਦਾਨਾ ਸਿੰਘ ਜੀ ਨੌਕਰੀ ਛੱਡ ਗਏ ਹਨ ਤਾਂ ਉਸ ਇੰਜੀਨੀਅਰ ਨੇ ਫੋਨ ਕਰਕੇ ਸਪੈਸ਼ਲ ਦਾਨਾ ਸਿੰਘ ਜੀ ਨੂੰ ਉੱਥੇ ਬੁਲਵਾਇਆ। ਜਦੋਂ ਦਾਨਾ ਸਿੰਘ ਜੀ ਉੱਥੇ ਗਏ ਤਾਂ ਇੱਕ ਨੀਲੇ ਬਾਣੇ ਵਿੱਚ ਸਿੰਘ ਖੜਾ ਸੀ, ਜੋ ਕੱਦ ਕਾਠੀ ਤੋਂ ਬੜਾ ਹੀ ਉੱਚਾ ਲੰਮਾ ਅਤੇ ਸੋਹਣਾ ਸੁਨੱਖਾ ਸੀ। ਦਾਨਾ ਸਿੰਘ ਜੀ ਨੇ ਉਸ ਨੂੰ ਨਹੀਂ ਪਹਿਚਾਣਿਆ। ਫਿਰ ਉਸ ਨੀਲੇ ਬਾਣੇ ਵਾਲੇ ਸਿੰਘ ਨੇ ਹੀ ਦੱਸਿਆ ਕਿ ਮੈਂ ਉਹੀ ਜਰਮਨ ਇੰਜੀਨੀਅਰ ਹਾਂ ਜਿਸ ਨੂੰ ਤੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਸਨ। ਉਸ ਸਿੰਘ ਨੇ ਦੱਸਦੇ ਹੋਏ ਕਿਹਾ ਕਿ ਉਸ ਤੇ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੋਈ ਕਿ ਉਹ ਜਰਮਨ ਜਾ ਕੇ ਸਿੰਘ ਸੱਜ ਗਿਆ ਸੀ ਅਤੇ ਆਪਣੇ ਪੂਰੇ ਪਰਿਵਾਰ ਨੂੰ ਵੀ ਅੰਮ੍ਰਿਤ ਛਕਾ ਦਿੱਤਾ ਸੀ ਅਤੇ ਹੁਣ ਉਹ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਹੈ। ਇਸ ਘਟਨਾ ਵਿੱਚ ਕਿਸੇ ਨੇ ਵੀ ਉਸ ਇੰਜੀਨੀਅਰ ਨੂੰ ਫੋਰਸ ਨਹੀਂ ਕੀਤਾ ਸੀ ਕਿ ਉਹ ਗੁਰੂ ਰਾਮਦਾਸ ਜੀ ਦੇ ਦਰ ਦਾ ਸਤਿਕਾਰ ਕਰੇ। ਉਸ ਦੇ ਆਪਣੇ ਅੰਦਰੋਂ ਹੀ ਗੁਰੂ ਦੇ ਲਈ ਸਤਿਕਾਰ ਨਿਕਲਿਆ ਤੇ ਸਤਿਗੁਰੂ ਨੇ ਉਸ ਦੀ ਬਾਹ ਫੜ ਲਈ। ਉਸ ਨੂੰ ਕਿਸੇ ਨੇ ਨਹੀਂ ਕਿਹਾ ਸੀ ਕਿ ਤੂੰ ਸਿੰਘ ਸੱਜ। ਪਰਮਾਤਮਾ ਦੀ ਮਿਹਰ ਹੋਈ ਤੇ ਉਹ ਸਿੰਘ ਸੱਜ ਗਿਆ। ਪਰਮਾਤਮਾ ਦੀ ਮਿਹਰ ਦੀ ਕੋਈ ਸੀਮਾ ਨਹੀਂ ਹੈ, ਉਹ ਕਿਸੇ ਤੇ ਵੀ ਕਿਸੇ ਵੀ ਸਮੇਂ ਕਿਰਪਾ ਕਰ ਸਕਦਾ ਹੈ। ਸਾਧ ਸੰਗਤ ਜੀ, ਵੀਡੀਓ ਜੇਕਰ ਚੰਗੀ ਲੱਗੀ ਹੋਵੇ ਤਾਂ ਤੁਸੀਂ ਵੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।